बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਪੰਥ ਪ੍ਰਸਤ ਅਤੇ ਸਿੱਖ ਚਿੰਤਕ ਭਾਈ ਕੁਲਦੀਪ ਸਿੰਘ ਲੰਗ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਡਲ ਟਾਊਨ ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਭਾਈ ਕੁਲਦੀਪ ਸਿੰਘ ਜੀ ਦਾ ਜਨਮ 11 ਜੂਨ 1965 ਨੂੰ ਪਿਤਾ ਸਦਰ ਮਹਿਲ ਸਿੰਘ ਗਿੱਲ ਜੀ ਦੇ ਘਰ ਮਾਤਾ ਜਸਬੀਰ ਕੌਰ ਹੁਣਾਂ ਦੀ ਕੁੱਖੋਂ ਪਿੰਡ ਲੰਗ ਨੇੜੇ ਪਟਿਆਲਾ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਗੜ, ਸਿਆਣੇ ਅਤੇ ਧਰਮ ਪ੍ਰਤੀ ਸੱਚੇ ਨਿਸ਼ਠਾਵਾਨ ਇਨਸਾਨ ਸਨ। ਆਪ ਜੀ ਦੇ ਵੱਡੇ ਵਡੇਰੇ ਪਿੰਡ ਬੁੜਚੰਦ ਨਜ਼ਦੀਕ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਤੋਂ ਇੱਥੇ ਆ ਕੇ ਵਸੇ। 1982 ਵਿੱਚ ਭਾਈ ਸਾਹਿਬ ਨੇ ਦਮਦਮੀ ਟਕਸਾਲ ਚੌਕ ਮਹਿਤਾ ਤੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜਥੇ ਤੋਂ ਅੰਮ੍ਰਿਤਪਾਨ ਕੀਤਾ ਅਤੇ 18 ਸਾਲ ਦੀ ਉਮਰ ਵਿੱਚ ਭਾਈ ਸਾਹਿਬ ਨੇ ਸਰਕਾਰ ਦੇ ਜ਼ਬਰ ਵਿਰੁੱਧ ਜੱਦੋ ਜਹਿਦ ਆਰੰਭ ਕਰ ਦਿੱਤੀ। 11 ਅਪ੍ਰੈਲ 1984 ਨੂੰ ਭਾਈ ਸਾਹਿਬ ਅਤੇ ਇਹਨਾਂ ਦੇ 3 ਸਾਥੀਆਂ ਨੂੰ ਸਰਕਾਰ ਨੇ ਨੈਸ਼ਨਲ ਸਿਕਿਉਰਿਟੀ ਐਕਟ ਅਧੀਨ ਗ੍ਰਿਫਤਾਰ ਕਰਕੇ ਸਿਕਿਉਰਿਟੀ ਜੇਲ੍ਹ ਨਾਭਾ ਵਿਖੇ ਨਜ਼ਰਬੰਦ ਕਰ ਦਿੱਤਾ। 18 ਮਹੀਨੇ ਕੇਸ ਚੱਲਣ ਤੋਂ ਬਾਅਦ ਆਪ ਜੀ ਬਰੀ ਹੋ ਗਏ ਤੇ ਨੈਸ਼ਨਲ ਸਿਕਿਉਰਿਟੀ ਐਕਟ ਅਧੀਨ ਬੰਦ ਹੋਣ ਕਾਰਨ ਇਹਨਾਂ ਨੂੰ 24 ਜਨਵਰੀ 1986 ਨੂੰ 21 ਮਹੀਨੇ 13 ਦਿਨ ਤੋਂ ਬਾਅਦ ਰਿਹਾ ਕੀਤਾ ਗਿਆ। ਰਿਹਾਈ ਉਪਰੰਤ ਸਦਰ ਕੁਲਦੀਪ ਸਿੰਘ ਜੀ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ। ਚਾਹੇ ਆਪ ਜੀ ਨੇ ਨੌਕਰੀ ਦੀ ਸ਼ੁਰੂਆਤ ਕਰ ਲਈ ਸੀ, ਪਰ ਸਰਕਾਰ ਲਗਾਤਾਰ ਆਪ ਜੀ ਨੂੰ ਤੰਗ ਪਰੇਸ਼ਾਨ ਕਰਦੀ ਰਹਿੰਦੀ। ਭਾਈ ਸਾਹਿਬ ਨੇ ਆਪਣੇ ਪੰਥਕ ਤੇ ਲੋਕ ਭਲਾਈ ਦੇ ਕੰਮਾਂ ਵਿੱਚ ਢਿੱਲ ਨਹੀਂ ਆਉਣ ਦਿੱਤੀ। ਆਪ ਜੀ ਨੇ ਪੰਜਾਬ ਅਤੇ ਸਿੱਖ ਕੌਮ ਨਾਲ ਹੋ ਰਹੇ ਧੱਕੇ ਅਤੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਹਰ ਸੰਘਰਸ਼ ਵਿੱਚ ਯੋਗਦਾਨ ਪਾਇਆ। ਆਪ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਨੀਤੀਆਂ ਤੇ ਵਿਚਾਰਾਂ ਦੇ ਅਲੰਬਰਦਾਰ ਸਨ। ਭਾਈ ਸਾਹਿਬ ਨੇ ਬਰਗਾੜੀ ਮੋਰਚੇ ਦੌਰਾਨ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਮੋਰਚੇ ਵਿੱਚ ਲੈ ਕੇ ਜਾਣ ਦਾ ਰੋਲ ਨਿਭਾਇਆ ਅਤੇ ਹਰ ਹਫ਼ਤੇ ਪਟਿਆਲਾ ਤੋਂ ਬਰਗਾੜੀ ਸੰਗਤਾਂ ਦਾ ਜਥਾ ਲੈ ਕੇ ਜਾਂਦੇ। ਆਪ ਜੀ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਜੇਲ੍ਹ ਵਿੱਚ ਨਜ਼ਰਬੰਦ ਪਰਿਵਾਰਾਂ ਦੀ ਹਰ ਤੌਰ ਤੇ ਸੰਭਵ ਮਦਦ ਕਰਦੇ। ਕਿਸਾਨੀ ਸੰਘਰਸ਼ ਦੇ ਦੌਰਾਨ ਵੀ ਆਪ ਜੀ ਅਨੇਕਾਂ ਵਾਰ ਦਿੱਲੀ ਗਏ ਅਤੇ ਉੱਥੇ ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਕੀਤੀ। ਸਦਰ ਕੁਲਦੀਪ ਸਿੰਘ ਜੀ ਉੱਚੇ ਲੰਮੇ ਗੱਭਰੂ ਅਤੇ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ। ਆਪ ਜੀ ਹਮੇਸ਼ਾ ਹੀ ਪਟਿਆਲਾ ਸ਼ਾਹੀ ਪੱਗ ਬੰਨਦੇ ਅਤੇ ਪਰਮਾਤਮਾ ਦਾ ਨਾਮ ਲੈਂਦੇ ਅਤੇ ਆਪ ਜੀ ਬਾਣੀ ਨਾਲ ਜੁੜੇ ਹੋਏ ਇੱਕ ਸੱਚੀ ਸੁੱਚੀ ਸ਼ਖਸੀਅਤ ਸਨ। ਮੌਜੂਦਾ ਸਮੇਂ ਵਿੱਚ ਚਾਹੇ ਸਦਰ ਕੁਲਦੀਪ ਸਿੰਘ ਲੰਗ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਦੇ ਨਕਸ਼ੇ ਕਦਮਾਂ ਤੇ ਉਹਨਾਂ ਦਾ ਸਮੁੱਚਾ ਪਰਿਵਾਰ, ਜਿਨ੍ਹਾਂ ਵਿੱਚ ਉਹਨਾਂ ਦਾ ਭਰਾ, ਉਹਨਾਂ ਦੀ ਪਤਨੀ, ਉਹਨਾਂ ਦੀ ਮਾਤਾ, ਪੁੱਤਰ, ਨੌ ਸਭ ਚੱਲ ਰਹੇ ਹਨ ਅਤੇ ਉਹਨਾਂ ਦੀਆਂ ਯਾਦਾਂ ਅਜੇ ਵੀ ਪਰਿਵਾਰ ਵਿੱਚ ਮੌਜੂਦ ਹਨ।
सरमोए अजराइल गिरफ्ते मन सरमोए अजराइल गिरफ्ते दिल विच नादानी दुनिया मुकाम फानी दुनिया मुकाम फानी तहकी दिलदानी तहकी दिलदानी दुनिया मुकाम फानी दुनिया मुकाम फानी वकील बाप बेनज़र वकील बाप बेनज़र नारक पोयत जन तोड़ा इन जागरा पाखा नारक पोयत जन तोड़ा इन जागरा पाखा मानसर मोए अजराइल गिरफ्ते मानसर मोए अजराइल गिरफ्ते दिल विच नादानी दुनिया मुकाम फानी दुनिया मुकाम फानी तहकी दिलदानी तहकी दिलदानी दुनिया मुकाम फानी दुनिया मुकाम फानी मन सरमोए अजराइल गिरफ्ते मन सरमोए अजराइल गिरफ्ते दिल विच नादानी दुनिया मुकाम फानी दुनिया मुकाम फानी तहकी दिलदानी तहकी दिलदानी दुनिया मुकाम फानी दुनिया मुकाम फानी ये जो दुनिया से मेरा मेला दस्तगीरी ना दुनिया मुकाम फानी रहन न पावे सुर नर देवा उठ सिधारे कर्म जन सेवा जीवत बेखे जिन्नी घर घर ध्याया साध संग तिनि दर्शन पाया बादशाह व्यापारी मरना जोनी से सुखाले करना कूड़े मोह नमक लपटाना छोट चलिया था फिर बचताना दुनिया मुकाम फानी तहकी दिलदानी मकसद मोए अजराइल गिरफ्ते दिल विच नादानी दिल विच नादानी दुनिया मुकाम फानी ऐसो इस संसार पे कना रहन न को
नहीं चलो नतर कुदका दवैये बारे बूढ़े करने भैया सब जमला चाहिए मानस बपुरान सकीनो बीच बलैया करिया बाबा जी हटिया रखो कर्मता और निर्तन माने की कछु न कानी रे राजा प्रजा समतर मारे ऐसो काल बिटानी रे दुनिया मका में फानी दुनिया मका में फानी राजी रीत सिक्कार कोई ना रहसियो हट पटन बाजार हुक्मी कैसी पक्के बंग द्वार मूर्ख जाने आपन गर्भ पड़े पंडा रीते खेने राजी रत बुखार हाथी पकड़े बांध मिलक दरबार किथे से अपन तंबू पलंग में वार सराय चे लाल पी नानक सच जाता सिनात कुदरती दुनिया मुबारक पानी दुनिया मुबारक पानी सजन बसी सड़िया जो साहिब सुने देवो सजन बसी सड़िया जो साहिब सुने संगत सारा लिखिया संगत सारा लिखिया मिल कर पाओ मिल कर पाओ देवो सजन बसी सड़िया जो साहिब सुने देवो सजन बसी सड़िया जो साहिब सुने
कर बाबों दे, मिल कर बाबों दे, देवो सजन बसी सड़िया जमो सारे बसोगे, देवो सजन बसी सड़िया जमो सारे बसोगे। सदा सुख होए, सदा सुख होए, सदा सुख होए, सदा सुख होए, संसार किया मिलकर बाहों देव सजन बसी सड़िया सारे बसोगे, देवो सजन बसी सड़िया जमो सारे बसोगे। सब प्रसादा लिखिया समर्थ सारा लिखिया मिलकर बाबों दे, मिलकर बाबों दे, देवो सजन बसी सड़िया जमो सारे बसोगे, देवो सजन बसी सड़िया जमो सारे बसोगे। नित नित जियाड़े समारिया एक देवना नित नित जियाड़े समारिया एक देवना तेरे तन की नाम है, तेरे तन की नाम है, ते सदा ते कवण समा
आप जी दे सन्मुख अरदास बेनती है पातशाह जीओ, आप जी दे दरों घरों गुरु साहिब भाई साहब भाई कुलदीप सिंह जी जिन्नी भी आप जी ने उन्होंने सवासां की पूंजी बख्शिश की सी पातशाह, आप जी की रजा विच रहिंदियां होया संसार भी सवासां की पूंजी खर्च करते हुए पातशाह, आप जी दे भाणे वच आप जी की गोद विच जा वराजे हैं पातशाह। गृहस्थ जीवन दियां जिम्मेवारियां निभाउंदियां पंथक सेवा कार्य करते हैं, समाजिक क्षेत्र में अपना रोल अदा करते हैं पातशाह जी।
ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਖਿਮਾ ਕਰ ਦੇਣੀ ਪਾਤਸ਼ਾਹ ਜੀਓ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰਨੀ, ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਿੱਛੇ ਉਹਨਾਂ ਦੀ ਪੂਜਨੀਕ ਮਾਤਾ ਜੀ, ਉਹਨਾਂ ਦੀ ਧਰਮ ਪਤਨੀ, ਉਹਨਾਂ ਦੇ ਬੱਚੇ ਔਰ ਉਹਨਾਂ ਦੇ ਸਕੇ ਸੰਬੰਧੀਆਂ ਸਮੇਤ ਸਮੂਹ ਸਾਧ ਸੰਗਤ ਨੂੰ ਉਹਨਾਂ ਦੇ ਵਿਛੋੜੇ ਦੇ ਇਸ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਪ੍ਰੇਰਨਾ ਦੇਣੀ ਪਾਤਸ਼ਾਹ। ਭਾਈ ਕੁਲਦੀਪ ਸਿੰਘ ਜੀ ਦਾਤ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਮਤਿ ਸਮਾਗਮ ਕੀਤੇ ਗਏ ਹਨ ਪਾਤਸ਼ਾਹ। ਇਹਨਾਂ ਗੁਰਮਤਿ ਸਮਾਗਮਾਂ ਵਿੱਚ ਆਪ ਜੀ ਦੀ ਰੱਬੀ ਬਾਣੀ ਦਾ ਹਰਜਸ ਕੀਰਤਨ ਕੀਤਾ ਗਿਆ। ਬਾਣੀ ਪੜ੍ਹਦਿਆਂ ਲਗਾ ਮਾਤਰਾ ਦੀਆਂ ਭੁੱਲਾਂ ਖਿਮਾ ਕਰਨੀਆਂ ਪਾਤਸ਼ਾਹ। ਅੱਗੇ ਨੂੰ ਸ਼ੁੱਧ ਬਾਣੀ ਪੜ੍ਹਨ ਦੀ ਪ੍ਰੇਰਨਾ ਦੇਣੀ ਪਾਤਸ਼ਾਹ ਜੀਓ। ਆਪ ਜੀ ਦੀ ਸੰਗਤ ਆਪ ਜੀ ਦੇ ਦਰਬਾਰ ਵਿੱਚ ਤਿਲ ਫੁੱਲ ਲੈ ਕੇ ਹਾਜ਼ਰ ਹੋਈ ਹੈ। ਸੰਗਤ ਦੀ ਭੇਟਾ ਦਰ ਪ੍ਰਵਾਨ ਕਰਨੀ, ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ, ਸਰਬੱਤ ਦਾ ਭਲਾ ਕਰਨਾ ਪਾਤਸ਼ਾਹ ਜੀਓ। ਸਰਬੱਤ ਦੇ ਘਰਾਂ ਵਿੱਚ ਸੁੱਖ ਵਰਤਾਉਣੀ। ਭਾਈ ਕੁਲਦੀਪ ਸਿੰਘ ਜੀ ਦੇ ਪਰਿਵਾਰ ਵਿੱਚ ਪ੍ਰਕਾਸ਼ ਪਾਤਸ਼ਾਹ ਜੀਓ ਸੁੱਖ ਵਰਤਾਉਣੀ, ਕਿਰਪਾ ਕਰਨੀ, ਰਹਿਮਤ ਕਰਨੀ ਆਪਣੀ ਪਾਤਸ਼ਾਹ ਜੀਓ। ਇਹਨਾਂ ਗੁਰਮਤਿ ਸਮਾਗਮਾਂ ਦੀ ਮਰਿਆਦਾ ਅਨੁਸਾਰ ਪਾਤਸ਼ਾਹ ਜੀ ਆਪ ਜੀ ਦੇ ਬਖਸ਼ਿਸ਼ ਕੀਤੇ ਹੋਏ ਖਜ਼ਾਨਿਆਂ ਵਿੱਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਕੀਤੀ ਗਈ ਹੈ ਪਾਤਸ਼ਾਹ ਜੀ। ਆਪ ਜੀ ਦੇ ਦਰ ਪ੍ਰਵਾਨ ਹੋ ਗਏ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਦੇ ਰਸਮੀ ਲਾਇਕ ਹੋ ਗਏ ਪਾਤਸ਼ਾਹ। ਆਪ ਆਪਣੇ ਰੱਬੀ ਹੁਕਮਨਾਮੇ ਬਖਸ਼ਿਸ਼ ਕਰਕੇ ਹੁਕਮਨਾਮੇ ਅਨੁਸਾਰ ਸੰਗਤ ਨੂੰ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਸਮੂਹ ਦੀ ਹਾਜ਼ਰੀ ਪ੍ਰਵਾਨ ਕਰਨੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਪਾਵਨ ਪਵਿੱਤਰ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰ ਹੈ ਸੋ ਹੋਏ। ਤੇਰਾ ਜੋਰ ਤੇਰੇ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰ ਹੈ ਸੋ ਹੋਏ। ਤੇਰਾ ਜੋਰ ਤੇਰੇ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ ਰਹਾ। ਹੈ ਤੂੰ ਹੋਵਨਹਾਰ, ਅਗਮ ਅਗਾਧ ਉਚਿਆ ਪਾਰ। ਜੋ ਤੁਧ ਸਿਵੈ ਤਿਨ ਮੋ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਏ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਲੋਕ ਦੇ ਹਾਰ, ਤਿਸ ਕਾ ਸੰਗ ਕਰੈ ਸੰਸਾਰ। ਕਉ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਦੂਰ। ਜਿਨ ਜਪਿਆ ਤਿਸ ਲੋਕ ਦੇ ਹਾਰ, ਤਿਸ ਕਾ ਸੰਗ ਕਰੈ ਸੰਸਾਰ। ਕਉ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਦੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਹ
वाणी के बोहित, नाम के जहाज, कलयुग के तारनहार, सरवरे कायनात, वालिए दो जहान, धन धन साहिब श्री गुरु ग्रंथ साहब जी दे पावन पवित्र मुकद्दस चरनां 'च विराजमान गुरु साध संगत जी बुलाओ फतेह। वाहिगुरू जी का खालसा, वाहिगुरू जी की फतेह। अज आपां साडे रंगले सज्जन भाई साहब भाई कुलदीप सिंह जी जो सानू 11 तरीक नूं सਦੀवी विछोड़ा दे के इस फानी संसार नूं अलविदा कह गए, उन्हां दी अरदास विच इकत्तर होने वास्ते आपां इत्थे हाज़र होए आ। परसों रोज तो भाई साहब भाई कुलदीप सिंह दे गृह विखे आरंभ किए गए सन अखंड पाठ साहब, और सवेरे अमृत वेले उन्हां दे गृह विखे भोग पाए गए। उपरंत हुण आपां खुले पंडाल विच उन्हां दे निमित्त अरदास कीती है। अरदास दे विच आपां परमात्मा पासों उन्हां दी आत्मिक शांति वास्ते सारे जोदड़ी कीती है, और सरदार कुलदीप सिंह जे जीवन ते झात मार गए तां तकरीबन 55-56 साल दी उन्हां दी उम्र सी इस संसार दे उत्ते, और उन्हां दा तकरीबन साढ़े 4 दहाके दा वाह सी। और 4 दहाके दे अंदर असीं जदों तो उन्हां नूं मिले आ, वो एक नेक आत्मा, एक वधिया मित्र, एक यारां दे यार, और एक थां खड़न वाले। और उन्हां दी जे गुणां दी गल कीती जाए तां वो गुण जिहड़े आ उहदी लिस्ट बहुत लंबी हो जाएगी, और गुणां दी गुथली सन। पंजाब दे अंदर जिस समय सिख कौम दी जंग लगी, उस जंग दे अंदर सरदार कुलदीप सिंह ने अपना बनदा योगदान पाया, और उस योगदान तो बाद भावें उन्होंने सरकारी नौकरी मिली सी, लेकिन जिथे उन्होंने अपनी ड्यूटी नूं बड़ी ईमानदारी नाल, बड़ी मेहनत नाल, बड़ी समय नाल और बहुत ही आग्याकार तरीके नाल निभाया है, उत्थे उन्होंने पंथक कारजां विच भी कदी ढिल नहीं आउण दित्ती। भावें बरगाड़ी का मोर्चा लग्या, उस समय दौरान सरदार कुलदीप सिंह जी आर्थिक तौर पर भी और संगतां नूं लैके जाते रहे। उस तो बाद भावें किसानी का मोर्चा लगा है, उस समय के दौरान भी सरदार कुलदीप सिंह ने अपना बनदा योगदान पाया, और गाहे बगाहे वो गरीब दे और दुखी बंदे दे हमेशा मददगार रहे ने। हेलो, हमेशा मददगार रहे ने। और सरदार कुलदीप सिंह के गुणों का जे आप बखान करिए तो वो बहुत लम्मा किया जा सकता है। मैं बहुत समय ना लेता होया सब तो पहला बेनती करांगा उन्होंने परिवारक मैंबर डॉक्टर निर्मल सिंह जी जो सीनियर मैडिकल अफसर समाना तो रिटायर हुए हैं, वो 2 मिनट वास्ते अपने विचार तुहाडे साझे करनगे। डॉक्टर निर्मल सिंह जी। वाहिगुरू जी का खालसा, वाहिगुरू जी की फतेह। कुलदीप विछोड़ा दे गया, लेकिन उस कुलदीप का सिर्फ असी अगर कुछ शब्दों में बयान करिए तो उन्हें अध्यात्मिक तौर पर गुरु नाल बहुत अपने आप को जोड़िया हुआ सी। हमेशा एस गुरु दे पाठ करने और सब तो यही कहना कि आप गुरु के बाद लगेगा। उन्होंने पिताजी कुछ दिन पहला उन्होंने देहांत होया तो रो नहीं रहे सी। कुलदीप ने मैं पूछा, उन्हें कहा किस वास्ते रोना, असी अपने घर चले या अपने घर चले। लेकिन मैं उन्होंने देखा विराग कदे कदे वह विराग होंदा सी, जो गुरु के ढाबे बैठता सी वो विराग में ही हो जाता सी। वो गुरु नाल बहुत जुड़िया हुआ सी। परिवार, पिताजी, उन्होंने माता जी, उन्होंने बेटा जिन्होंने पढ़ाया वो आज बैंक मैनेजर है,
ਉਹਨਾਂ ਦੀ ਬੇਟੀ ਹੁਣ LLB ਕਰ ਰਹੀ ਹੈ। ਅਸੀਂ ਸਾਰੇ ਮੋਹ ਵਿੱਚ ਹਾਂ, ਲੇਕਿਨ ਉਹਨੇ ਹਮੇਸ਼ਾ ਕਿਹਾ ਇਸ ਮੋਹ ਨੂੰ ਤਿਆਗਣਾ ਪਏਗਾ। ਉਹਨਾਂ ਦੇ ਦੋਸਤ ਜਿਹੜੇ ਸਾਰੇ ਮਿਲ ਕੇ ਉਹਨੂੰ ਕੀਰਤਪੁਰ ਸਾਹਿਬ ਛੱਡ ਕੇ ਆਏ ਸੀ, ਐਵੇਂ ਲੱਗਦਾ ਸੀਗਾ ਜਿਵੇਂ ਇੱਕ ਦੋਸਤੀ ਦੇ ਹਜ਼ੂਰ ਵਿੱਚ ਜਾ ਰਹੇ। ਅਸੀਂ ਉਸ ਕੁਲਦੀਪ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਪਰਿਵਾਰ ਦੇ ਮੈਂਬਰ ਤਾਂ ਯਾਦ ਕਰਦੇ ਹੀ ਨੇ, ਪਰ ਉਹਨਾਂ ਦੇ ਉਹਦੇ ਦੋਸਤ ਔਰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ। ਗੁਰਦੁਆਰਾ ਸਾਹਿਬ ਆਪਣੇ ਕਲੋਨੀ ਚ ਉਹਨਾਂ ਨੇ ਬਣਵਾਇਆ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਸ਼ਮਸ਼ਾਨ ਘਾਟ ਵਿੱਚ ਉਹਨਾਂ ਦੇ ਅੰਤਿਮ ਸੰਸਕਾਰ ਕੀਤਾ ਗਿਆ, ਉਸ ਨੂੰ ਬਣਾਉਣ ਵਿੱਚ ਵੀ ਉਹਦਾ ਬਹੁਤ ਵੱਡਾ ਯੋਗਦਾਨ ਸੀ। ਉਹ ਕਹਿੰਦਾ ਸੀਗਾ ਕਿ ਸਾਡੇ ਕੌਲਨੀ ਦੇ ਜਿੰਨੇ ਵੀ ਲੋਕ ਨੇ ਉਹ ਬਹੁਤ ਦੂਰ ਜਾਂਦੇ ਨੇ, ਔਰ ਹਰ ਚੀਜ਼ ਦਾ ਉਹਨੇ ਹਮੇਸ਼ਾ ਧਿਆਨ ਰੱਖਿਆ। ਅਸੀਂ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਦਰਮਿਆਨ ਬਹੁਤ ਸਾਰੇ ਆਗੂ ਸਾਹਿਬਾਨ ਕੁਛ ਹਾਜ਼ਰੀ ਲਵਾ ਕੇ ਚਲੇ ਗਏ, ਕੁਝ ਤਸ਼ਰੀਫ ਫਰਮਾਨ ਹੈ। ਜਿਹੜੇ ਹਾਜ਼ਰੀ ਲਵਾ ਕੇ ਨੇ, ਜਿਹੜੇ ਤਸ਼ਰੀਫ ਫਰਮਾਨ ਹੈ, ਸਾਰਿਆਂ ਤੋਂ ਮੈਂ ਜਿਨ੍ਹਾਂ ਵਿੱਚ ਸਰ ਭਜਨ ਸਿੰਘ ਕਸ਼ਮੀਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਟਿਆਲਾ, ਜੋਗਿੰਦਰ ਸਿੰਘ ਜੋਗੀ ਸੀਨੀਅਰ ਡਿਪਟੀ ਮੇਅਰ, ਬਲਜਿੰਦਰ ਸਿੰਘ ਜੀ ਸੋਢੀ ਸੀਨੀਅਰ ਐਡਵੋਕੇਟ, ਸਰਦਾਰ ਸੁਖਪਾਲ ਸਿੰਘ ਜੀ ਸਾਬਕਾ ਚੇਅਰਮੈਨ, ਜੀਵਨ ਗਰਗ ਸਮਾਣਾ ਪ੍ਰਧਾਨ ਅਗਰਵਾਲ ਧਰਮ ਸਭਾ, ਹਰਦੀਪ ਸਿੰਘ ਜੀ ਖਹਿਰਾ MC ਸਾਹਿਬ, ਗੁਰਜੰਟ ਸਿੰਘ ਜੀ ਕੱਟੂ ਮਾਨ ਸਾਹਿਬ ਦੇ ਸਿਆਸੀ ਸਲਾਹਕਾਰ, श्री ब्रह्मेंद्र जी लोकल बॉडीज मंत्री, हरजीत हरमन गायक ने, जसविंदर सिंह टवाणा DSP साहब, हरविंदर सिंह हरपालपुर, दयाल सिंह जी हलोरिया साहब, सतजिंदर पाल सिंह संधू, सत्कारयोग बाबा पाल सिंह जी, सुखबीर सिंह जी अग्रोवाल, सरजिंदर सिंह जी छन्ना, हरिंदर पाल सिंह जी टोड़ा, प्रवीण छाबड़ा साबका प्रेसिडेंट नगर कौंसल राजपुरा, साहब रविंदर सिंह जी फुलका जिन्होंने टैलीफोन आया सी साहब नरमल सिंह जी होना। सो सारा का बहुत धन्यवाद मैं बेनती करांगा। साडे बहुत ही हरदिल अजीब श्रोमणी गुरुद्वारा प्रबंधक कमेटी के जनरल सैकटरी, सिखां दी मिनी पार्लीमेंट के बहुत महत्वपूर्ण अहदे ते काम करने वाले सरदार करनैल सिंह पंजोली, जिन्हों का साडे नाल परिवारक संबंध भी है, दोस्ताना संबंध भी है, वो मंच और सरदार कुलदीप सिंह होना शरदा के फुल भेंट कर सरदार करनैल सिंह जी पंजोली साहब। गुरु साहब जी ने अपनी बाणी विच एक तुक उच्चारण की है। जे मैं सरदार कुलदीप सिंह जी दे जीवन नूं वेखदा तां मैनूं लगदा है कि महाराज दी ये तुक जिहड़ी है ਇਹੋ ਜਿਹੇ ਗੁਰਮੁਖ ਪਰਥਾਏ, ਗੁਰਮੁਖ ਮੁਖਾਂ ਦੇ ਪਰਥਾਏ ਹੀ ਲਿਖੀ ਹੋ ਸਕਦੀ। ਸਤਿਗੁਰੂ ਕਹਿੰਦੇ ਨੇ, ਜਿਨ੍ਹਾਂ ਦਸੰਦੜਿਆਂ ਗੁਰਮਤ ਬੰਝਾ ਮਿੱਤਰ ਅਸਾਗੜੇ ਸੇ। ਜਿਸ ਮਨੁੱਖ ਦੇ ਦਰਸ਼ਨ ਕਰਕੇ, ਜਿਹਦੀ ਸੰਗਤ ਕਰਕੇ, ਜਿਹਦੇ ਬੋਲ ਸਰਵਣ ਕਰਕੇ ਮਨੁੱਖ ਦੇ ਜੀਵਨ ਵਿੱਚ ਕਿਤੇ ਨਾ ਕਿਤੇ ਕੁਝ ਤਬਦੀਲੀ ਆ ਜਾਵੇ, ਸੱਚਮੁੱਚ ਹੀ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਸਾਡਾ ਅਸਲੀ ਮਿੱਤਰ ਹੈ। ਦੂਜੇ ਸ਼ਬਦਾਂ ਵਿੱਚ ਆਸਾ ਦੀ ਬਾਰ ਦੇ ਅੰਦਰ ਗੁਰੂ ਸਾਹਿਬ ਜੀ ਨੇ ਮਨੁੱਖ ਦੇ ਆਉਣ ਤੇ ਜਾਣ ਦੇ ਸੰਬੰਧ ਵਿੱਚ ਵੀ ਬੜਾ ਸਪਸ਼ਟ ਸੰਕੇਤ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। महाराज कहते ने, जम्मण मरना हुक्म है, भाणे आवा जाए। जिंदगी अकाल पुरख वाहिगुरु की दात है, मौत भी उहदी रजा है। आउणा जाना साडे किसी दे बस विच नहीं है। जो साडे बस विच है वो सानू समझण दा यतन करना चाहिए। साडे बस विच सवासां दी पूंजी है, जिन्हों असीं अपनी मर्जी नाल खर्च करना है।
ਕਿਵੇਂ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਸਾਡੇ ਤੇ ਨਿਰਭਰ ਕਰਦਾ ਹੈ। ਪੈਰ ਸਤਿਗੁਰ ਨੇ ਸਰੀਰ ਨੂੰ ਤੁਰਨ ਲਈ ਦਿੱਤੇ ਨੇ, ਇਹਨਾਂ ਦੇ ਸਹਾਰੇ ਤੁਰ ਕੇ ਸ਼ਰਾਬ ਦੇ ਠੇਕੇ ਤੇ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਤੁਹਾਡੀ ਮਰਜ਼ੀ। ਹੱਥ ਤੁਹਾਨੂੰ ਕਿਰਤ ਕਰਨ ਲਈ ਦਿੱਤੇ ਨੇ, ਸੇਵਾ ਲਈ ਦਿੱਤੇ ਨੇ, ਤੁਸੀਂ ਪੁੰਨ ਕਰ ਲਓ, ਪਾਪ ਕਰ ਲਓ, ਤੁਹਾਡੀ ਮਰਜ਼ੀ ਹੈ। ਜੀਭਾ ਬੋਲਣ ਲਈ ਦਿੱਤੀ ਹੈ, ਕੀ ਬੋਲਣਾ ਚਾਹੁੰਦੇ ਹੋ, ਤੁਹਾਡੀ ਇੱਛਾ ਹੈ। ਕੰਨ ਸੁਣ ਲਈ ਦਿੱਤੇ ਨੇ, ਕੀ ਸੁਣਨਾ ਹੈ। ਦਿਮਾਗ ਸੋਚਣ ਲਈ ਦਿੱਤਾ, ਕੀ ਸੋਚਣਾ ਹੈ। ਇਹ ਸਰੀਰ ਦੇ ਅੰਗ ਜਿਹੜੇ ਨੇ, ਇਹਨਾਂ ਦਾ ਅੱਡ-ਅੱਡ ਕੰਮ ਹੈ, ਮਰਜ਼ੀ ਤੁਹਾਡੀ ਹੈ। ਤੁਸੀਂ ਇਹਨਾਂ ਅੰਗਾਂ ਤੋਂ ਕੀ ਕਾਰਜ ਲੈਣਾ ਚਾਹੁੰਦੇ। ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦਾ ਰੂਪ ਦੇ ਕੇ ਜਦੋਂ ਉਹਨੂੰ ਆਪਣਾ ਸਤਿਗੁਰ ਬਣਾਇਆ, ਤਾਂ ਗੁਰੂ ਸਾਹਿਬ ਜੀ ਨੇ ਇਹ ਸਿਧਾਂਤ ਵੀ ਉਹਦੀ ਝੋਲੀ ਵਿੱਚ ਪਾਇਆ ਸੀ ਕਿ ਤੁਸੀਂ ਆਪਣਾ ਜੀਵਨ ਗੁਰਮਤਿ ਅਨੁਸਾਰ ਜੀਣਾ। ਗੁਰਮਤਿ ਦਾ ਬੜਾ ਸਪਸ਼ਟ ਤੇ ਸੌਖਾ ਰਾਹ ਹੈ, ਆਪਣਾ ਵਰਾਨ ਬਗਾਨਾ ਸਾਂਢਾ ਹੈ। ਜਿਹੜਾ ਮਨੁੱਖ ਆਪਣਾ ਵਿਗਾੜ ਕੇ ਦੂਜੇ ਦਾ ਸਵਾਰਨ ਦਾ ਯਤਨ ਕਰਦਾ ਹੈ, ਸੱਚਮੁੱਚ ਹੀ ਉਹ ਮਨੁੱਖ ਗੁਰਮੁਖ ਹੈ। ਤੇ ਗੁਰਮੁਖ ਦੇ ਪਰਥਾਏ ਗੁਰੂ ਸਾਹਿਬ ਕਹਿੰਦੇ ਨੇ, ਗੁਰਮੁਖ ਲਾਹਾ ਲਏ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਦਾ ਲੋਕ ਸੁਖੀਆ ਵੀ ਹੈ ਤੇ ਗੁਰਮੁਖ ਦਾ ਪਰਲੋਕ ਸਹੇਲਾ ਵੀ ਹੈ। ਸਰਦਾਰ ਕੁਲਦੀਪ ਸਿੰਘ ਜੀ ਦਾ ਵਿਛੋੜਾ ਸਾਡੇ ਸਾਰਿਆਂ ਲਈ ਦੁਖਦਾਇਕ ਹੈ। ਕਕਾਏ ਵੀ ਹੈ ਤੇ ਅਸਾਏ ਵੀ ਹੈ, लेकिन जिस ठाकर से नाही चारा ताको कीजा साधन नमस्कारा। जिथे जोर नहीं चलता उथे सवाए भाना मनण तो अरदास करन तो बिना होर दूजा कोई राह भी नहीं है। मैनू वो पल याद ने जदों श्री अकाल तख्त साहब ते हमला होया, हरमंदर साहब नूं गोलियां मारियां गईयां, हरमंदर की परिक्रमा में सिखी शहीद हुई। एक बड़ा रोह गुस्सा खालसा पंथ के अंदर प्रगट होया ते खालसा पंथ की नवी पीढ़ी जिहड़ी सी, उन्हां विचों बहुत सारे ने समय की हुकूमत के खिलाफ बगावत की। बगावत करने वालों में बहुत सारे सज्जन इत्थे सुभाएमान ने, उन्होंने सरदार कुलदीप सिंह जी भी सन। मैं पटियाले की जेल के अंदर, नाभे की जेल के अंदर मैं भी लंबा समा नैशनल सिक्योरिटी एक्ट में नजरबंद रहा। इन्हां की उम्र हले बहुत छोटी सी, ये बच्चे सन, मेरी उम्र इन्हां तो थोड़ी जी बड़ी सी। मैं देखा हर रोज इन्हां दे जीवन वल अमृत वेले इन्हां दे बच्चों ने उठना, 5 बाणियां दा नितनेम करना, गुरुद्वारे साहब जाना ते खालसा पंथ की चढ़दी कला लई विचार वटांदरा करते रहंदे सी। जदों असीं नाभे दी जेल विच कैद होए, पटियाले तो ट्रांसफर किए गए, उन्होंने सिक्योरिटी जेल का रूप दिता गया। ते उदों मैं पहली बार मैनूं कुछ गल्लां दा एहसास होया जिंदगी च। उस समय नाभे की जेल के अंदर जिहदे ते नैशनल सिक्योरिटी एक्ट लग्या सी, उहदी मुलाकात जिहड़ी सी वो जां मां कर सकदी सी, जां पिता कर सकदा सी, जां भरा कर सकदा सी, जां उहदी धर्म पत्नी जां उहदे बच्चे कर सकदे सी। मैनूं वो पल याद ने, मेरी माता नहीं सी, बचपन विच मेरी मां अकाल पुरख वाहिगुरू नूं प्यारी हो गई। मैं 2.5 साल का सी, मेरे पिताजी ने दूजी शादी करवा ली। मेरा उदों ब्याह नहीं सी होया वा, भरा कोई है नहीं सी, ते 4 भैणां सन।
मेरी भैन एक बारी मुलाकात ते आई और रो पई। मैं उन्होंने कह दिता भी अज तो बाद मेरी मुलाकात ते नहीं आना किसी ने भी। खून के रिश्ते विचों होर कोई मेरा रिश्ता नहीं सी। मैनू उदों याद है कि सरदार कुलदीप सिंह जी की माता सरदार जगजीत सिंह जी इत्थे बैठे ने समाने तो उन्होंने माता जी सरदार सुरजीत सिंह अबलोवाल की माता, ये तीन मावां ने नाभे की जेल के अंदर सुपरडेंट नूं कहा इस बच्चे दियां असीं तिन्ने मावां हैं। ते मैनूं वो पल अज भी हमेशा याद रहिंदे ने। ये लगभग मैं 2.5 साल के करीब उत्थे रहा। एक दो बारी बाहर आया, एक दो बारी फिर अंदर चला गया। ते मेरी मुलाकात जिहड़ी सी ये मावां ही करदियां रहियां। ते मैनूं जिंदगी च कदे मां दा एहसास नहीं सी होया। बचपन विच पता ना लग्या, जवानी आई 17 साल की उम्र च मैं पहली बार अंबाले की जेल विच कैद हो गया। कदे पिछा मुड़ के नहीं देखिया। लगातार पंथ के संघर्ष में जदोजहद की, पर मां का एहसास पहली बार नाभे की सिक्योरिटी जेल विच जाके आया जदों सरदार कुलदीप सिंह जी, सरदार सतनाम सिंह जी ते सरदार जगजीत सिंह जी, सरदार सुरजीत सिंह जी अबलोवाल साहब का भरा छोटा, जदों ये बीबियां सारियां इकट्ठियां हो गए उदों जेल विच इन्हां बच्चों नूं जफ्फी पा के प्यार नाल अपनी छाती नाल लाउंदियां सी। उदों मैनूं एहसास होया कि जे अज मेरी मां हुंदी शायद वो भी मैनूं इन्ना ही प्यार करती सी। लेकिन इन्हां मावां ने लगातार मेरी जेल विच सरपरस्ती की ते मैनूं मेरी मां का विछोड़ा भुला दिता। सरदार कुलदीप सिंह जी ने छोटे भरावां वांगू जो फर्ज उन्हें निभाए ने मेरे नाल, मैं कदे जिंदगी विच उन्हां दे उस कीते एहसान नूं नहीं भुल सकदा। और जेल तो बाहर निकल के भावें वो नौकरी विच अपना फर्ज अदा करिया सी, पर पंथक संघर्ष विच सेवा करने वाले जिहड़े लोग सन, कोई जबलपुर बैठा है, कोई तिहाड़ जेल च बैठा है, कोई जोधपुर बैठा है, किसी का परिवार किते रुल रहा है, किसी के परिवार में कोई मुश्किल है। जिन्नी बार सरदार कुलदीप सिंह मेरे को गया ਉਹਦੀ ਇੱਕੋ ही गल ਹੁੰਦੀ ਸੀ, ਇਹ ਬੰਦੇ ਦੇ परिवार की आह लोड़ है, ਇਹਦੀ आह लोड़ है, ਇਹਦੀ आह लोड़ है। हमेशा ही अपने फर्ज जेल तो बाहर निकल के भी संघर्ष करने वाले लोगों प्रति उन्हें पूरी ईमानदारी के नाल और पूरे सिदक नाल उन्होंने निभाने का यतन किया। अज थोड़े दिन होए उन्होंने सत्कारयोग पिता जी इस फानी संसार में अलविदा कह के चले। एक कुदरती है कि पति के विछोड़े तो बाद पुत्र का विछोड़ा मां लई सहना बहुत ही कठिन होता, बहुत ही दुखदायक है और बहुत औखा है। धर्म पत्नी लई पति का विछोड़ा, बच्चों लई पिता का विछोड़ा, भरा लई ये विछोड़ा निरसंदेह बहुत ही दुखदायक है। मैं आखिरी बेनती एक गल कह के समाप्ति करनी चाहना। साडे लई साडे कोल टेक जिहड़ी है एक तां अकाल पुरख वाहिगुरू है, जिहदे जोत कोल असीं टुटे होए हां। सवेरे शाम उहदे सन्मुख अरदास करते रहना। दूजी शक्ति साडे कोल श्री गुरु ग्रंथ साहिब की रब्बी बाणी है। एक ओंकार तो लैके 18-10-20 तक गुरु की बाणी कमजोर आत्मा नूं बलवानता बख्शदी है, कठोर आत्मा नूं निर्मलता बख्शदी है ते ढहदी कला वाले मनुख नूं चढ़दी कला बख्शदी। तीजा है साडा इतिहास। मां गुजरी ठंडे बुरज विच अपने पुत्रां बच्चों नूं पोतरियां नूं अपने हथी तोड़दी है शहादत का जाम पीण लई। मैं माता जी नूं बेनती करांगा कि ठंडे बुरज का ध्यान रख के ही सरदार कुलदीप सिंह का विछोड़ा सहारिया जा सकता।
ਤੇ ਇੱਕ ਹੈ ਸਾਡੇ ਕੋਲ ਗੁਰੂ ਕੀ ਸੰਗਤ। ਜਿੱਡੀ ਵੱਡੀ ਗਿਣਤੀ ਵਿੱਚ ਤੁਸੀਂ ਇੱਥੇ ਆਏ ਹੋ ਸੰਗਤੀ ਰੂਪ ਦੇ ਵਿੱਚ, ਤੁਹਾਡੀ ਅਰਦਾਸ ਨੇ, ਤੁਹਾਡੀ ਸ਼ਮੂਲੀਅਤ ਨੇ ਮਾਂ ਨੂੰ ਢਾਰਸ ਦਿੱਤੀ ਹੈ, ਧਰਮ ਪਤਨੀ ਨੂੰ ਹੌਸਲਾ ਦਿੱਤਾ, ਬੱਚਿਆਂ ਨੂੰ ਹੌਸਲਾ ਦਿੱਤਾ, ਭਰਾ ਨੂੰ ਹੌਸਲਾ ਦਿੱਤਾ ਤੇ ਪਰਿਵਾਰ ਜਿਹੜਾ ਉਹ ਤੁਹਾਡੇ ਇਸ ਹੌਸਲੇ ਨਾਲ, ਮੇਰਾ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਰਹੇਗਾ। ਇਹਨਾਂ ਸ਼ਬਦਾਂ ਨਾਲ ਮੈਂ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨੂੰ ਆਪਣੀ ਸ਼ਰਧਾ, ਆਪਣਾ ਸਤਿਕਾਰ, ਆਪਣਾ ਕੀਰਤ ਭੇਟ ਕਰਦਾ ਹੋਇਆ ਸਤਿਗੁਰੂ ਦੇ ਚਰਨਾਂ ਵਿੱਚ ਇਹ ਗੁਜ਼ਾਰਿਸ਼ ਕਰਨੀ ਚਾਹੁੰਦਾ ਪਾਤਸ਼ਾਹ, ਇਸ ਲੰਮੇ ਪੈਂਡੇ ਵਿੱਚ ਤੁਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਕੇ ਉਹਨਾਂ ਦੀ ਮਾਤਾ, ਉਹਨਾਂ ਦੀ ਧਰਮ ਪਤਨੀ, ਉਹਨਾਂ ਦੇ ਬੱਚਿਆਂ ਦੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਚ ਵਿਰਾਜਮਾਨ ਨੇ ਸਾਹਿਬ ਗੁਰਚਰਨ ਸਿੰਘ ਜੀ ਜਰੀਕਪੁਰ, ਧਰਮ ਪਿਤਾ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਹਰਬੰਸ ਸਿੰਘ ਜੀ ਲੰਗ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸਰ ਜਸਪਾਲ ਸਿੰਘ ਜੀ ਬਿੱਟੂ ਚੱਠਾ, ਸ੍ਰੀ ਸੰਜੀਵ ਬਿੱਟੂ ਜੀ ਮੇਅਰ ਨੇ ਜੋ ਪਟਿਆਲੇ ਦੇ, ਸਰਦਾਰ ਸਰਵੀਰ ਸਿੰਘ ਜੀ ਅਗਰਵਾਲ ਸਾਬਕਾ ਕੌਂਸਲਰ, ਸਰਦਾਰ ਸਤਵਿੰਦਰ ਸਿੰਘ ਜੀ ਟੋੜਾ ਮੈਂਬਰ ਐਜੀਪੀਸੀ, ਸ਼੍ਰੀ ਕੇ ਸ਼ਰਮਾ ਸਾਬਕਾ ਚੇਅਰਮੈਨ ਪੀਆਰਟੀਸੀ, ਸਰ ਇੰਦਰਮੋਹਨ ਸਿੰਘ ਜੀ ਬਜਾਜ ਸੀਨੀਅਰ ਅਕਾਲੀ ਆਗੂ ਸਾਹਿਬਾਨ। ਹੁਣ ਮੈਂ ਬੜੀ ਨਿਮਰਤਾ ਨਾਲ ਦਿਲ ਦੀਆਂ ਗਹਿਰਾਈਆਂ ਚੋਂ ਬੇਨਤੀ ਕਰਾਂਗਾ ਮਹਾਰਾਣੀ ਪ੍ਰਨੀਤ ਕੌਰ ਜੀ ਜੋ ਮੈਂਬਰ ਪਾਰਲੀਮੈਂਟ ਨੇ ਉਹ ਕਿਰਪਾ ਕਰਕੇ ਮੰਚ ਤੇ ਆਉਣ ਔਰ ਸਰਦਾਰ ਕੁਲਦੀਪ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਉਸ ਰੰਗਲੇ ਸੱਜਣ ਨੂੰ ਕਿਆ ਜਾਣਾ ਕਿ ਮरेंगे कैसा मरना होए। महाराणी प्रनीत कौर। वाहिगुरू जी का खालसा, वाहिगुरू जी की फतेह। बहुत ही दुख भरे हिरदियां दे नाल सारी संगत इकट्ठर हुई है। भाई साहब कुलदीप सिंह जी ਦੀ ਇਸ ਅੰਤਮ ਅਰਦਾਸ ਦੇ ਵਿੱਚ ਬਹੁਤ ਅਚਾਨਕ ਉਹ ਸਾਰਿਆਂ ਨੂੰ ਛੱਡ ਕੇ ਚਲੇ ਗਏ। ਹਾਰਟ ਅਟੈਕ ਹੋਇਆ ਔਰ ਮੈਂ ਅੱਜ ਆਪਣੇ ਵੱਲੋਂ ਮਹਾਰਾਜਾ ਸਾਹਿਬ ਵੱਲੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਦੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਆਪਣੀ ਸ਼ਰਧਾਂਜਲੀ ਭੇਟ ਕਰਨਾ ਚਾਹ ਰਹੇ ਹਾਂ। ਕੁਲਦੀਪ ਸਿੰਘ ਜੀ ਦੇ ਬਾਰੇ ਤੁਸੀਂ ਸਭ ਜਾਣੋ, ਬਹੁਤ ਵਧੀਆ ਸ਼ਬਦਾਂ ਦੇ ਨਾਲ ਉਹਨਾਂ ਦੇ ਜੀਵਨ ਦੇ ਉੱਤੇ ਅੱਜ ਹੁਣੇ ਇੱਥੇ ਦੱਸ ਕੇ ਗਏ ਨੇ। ਬਹੁਤ ਵਧੀਆ ਇਨਸਾਨ, ਸਮਾਜ ਦੇ ਸੇਵਕ, ਕੰਮ ਕਰਨ ਵਾਲੇ। ਔਰ ਉਹਨਾਂ ਦੇ ਭਾਈ ਸਾਹਿਬ ਨਰਿੰਦਰ ਜੀ ਜੋ ਜਰਮਨੀ ਨੇ, ਉਹਨਾਂ ਨਾਲ ਵੀ ਉੱਥੇ ਮੁਲਾਕਾਤ ਹੋਈ। ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਸਾਡੇ ਲਈ ਅਰੇਂਜਮੈਂਟ ਕੀਤੇ, ਸਭ ਨੂੰ ਮਿਲਾਇਆ। ਪਰ ਅੱਜ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਮੈਂ ਕਿ ਭਾਈ ਸਾਹਿਬ ਕੁਲਦੀਪ ਸਿੰਘ ਜੀ ਦੇ ਸਾਰੇ ਪਰਿਵਾਰ, ਉਹਨਾਂ ਦੇ ਮਾਤਾ ਜੀ, ਧਰਮ ਪਤਨੀ, ਬੱਚੇ, ਹੋਰ ਪਰਿਵਾਰਕ ਮੈਂਬਰ ਸਾਰਿਆਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਧਰਨ, ਇਹਨਾਂ ਨੂੰ ਪਾਣੇ ਮੰਨਣ ਦੀ ਸ਼ਕਤੀ ਦੇਣ ਔਰ ਫਲ ਦੇ ਫੁੱਲ ਦੇ ਰੱਖਣ। ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਸ਼ਰਧਾਂਜਲੀ ਭੇਟ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। मैं बेनती करूंगा अंत ਵਿੱਚ ਸਾਹਿਬ ਮਹਿੰਦਰਪਾਲ ਸਿੰਘ ਜੀ ਜੋ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਨ ਸੈਕਟਰੀ ਵੀ ਨੇ, ਉਹ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ। ਇਹਨਾਂ ਤੋਂ ਬਾਅਦ ਬਾਬਾ ਪਾਲ ਸਿੰਘ ਜੀ ਤੇ ਭਾਈ ਗੁਰਦਿਆਲ ਸਿੰਘ ਜੀ ਉਹ ਕਾਕਾ ਜੀ ਨੂੰ ਦਸਤਾਰ ਦੇਣਗੇ। ਮੈਂ ਬੇਨਤੀ ਕਰਾਂਗਾ ਸਾਹਿਬ ਮਹਿੰਦਰਪਾਲ ਸਿੰਘ ਜੀ ਜੋ ਉਮੀਦਵਾਰ ਵੀ ਨੇ ਹਲਕਾ ਦਿਹਾਤੀ ਤੋਂ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਰਦਾਰ ਕੁਲਦੀਪ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਮਹਿੰਦਰਪਾਲ ਸਿੰਘ ਜੀ। सरदार कुलदीप सिंह जी भी विराग में अरदास समागम शामिल हुए। समूह खालसा संगत जीओ, वाहिगुरू जी का खालसा, वाहिगुरू जी की फतेह। मेरे तो पहला सरदार कुलदीप सिंह जी बारे वो किस तरह नाल जिंदगी च जीव रहे सी, इहदे बारे विस्तार सहित जानना पाया है।
मेरा संबंध तकरीबन 38 साल तो सरदार कुलदीप सिंह जी दे नाल सी ते उस सोच करके सी जिस सोच नाल जुड़ के उन्होंने जिंदगी जीवी है अंतिम सवास तक। जे उन्होंने गुरबाणी राही समझने की कोशिश करिए कि सरदार कुलदीप सिंह का जीवन किहो जिहा सी तो बहुत ही निम्रता सहित मैं बेनती करांगा कि अंजन वह निरंजन भी है जोग जुगत उड़ पाई जिहड़ी जोग को जुगती सरदार कुलदीप सिंह जी ने इस जिंदगी च पाई है प्राप्त की है वो यही है कि जिहड़ी तुसीं फुलवारी दिसदे हो कुदरती अंजन तुसीं सारे सी सारे माहे निरंजन रही तुहाडे विच रह के भी साडे विच रह के भी परिवार विच रह के भी वो निरंजन रहा एक खास कमल के फुल वांग रहा जिहड़ा पानी बिना जी नहीं सकता पर पानी नूं अपने उत्ते भारू भी नहीं होण दिंदा। ये कुलदीप सिंह की जिंदगी सी। मैं बिल्कुल स्पष्ट शब्दों में यह गल कहना चाहूँगा कि 1947 तो बाद जो कौम का निर्णय होना सी सिर्फ कौम का वो 47 नहीं होया। असी जम्मे नहीं सी। उस तो बाद वक्त की हुकूमत ने उस दिन तो लैके अज तक वो सारे शामिल ने वो सिख की सिखी खत्म करना चाहती है हुकूमत। संत जरनैल सिंह खालसा भिंडरां वाले संत करतार सिंह जी खालसा भिंडरां वाले उन्होंने ये बीड़ा चुकया कि इस सोच नूं सिखी सिद्धांत नूं खत्म नहीं हो देना। वो लड़ाई चल रही है। 1978 13 अप्रैल वाले दिन प्रैक्टिकली वो लड़ाई शुरू हुई है जदों बादल की वक्त की हुकूमत ने निरंकारियों वालों 13 सिंह अमृतसर शहर के विच विसाखी वाले दिन शहीद किए। अज 42 साल तो बाद भी 43 साल तो बाद भी ना उदों उन्होंने चलान पेश किया चज नाल ते ना अज तक उन्होंने निर्णय होया। वो एक सोच चल रही है। बेशक असी सारे रोटी खाने रुतबे मानते हैं पर वो सोच एक स्पष्ट निर्णय कर चुकी है 84 तो बाद कि जे इस देश च रहना तो इज्जत ते मान ना रहने नहीं तो चढ़ाई करना सानू स्वीकार है। उस सोच का लखायक सी सरदार कुलदीप सिंह। सारे सोचते हैं मेरे भरा अज सिमरनजीत सिंह मान क्यों नहीं आए क्योंकि जे किसी नाल दुनियावी तौर पर रूहानी तौर पर सरदार कुलदीप सिंह का सब तो ज्यादा प्यार सी तो वह सरदार सिमरनजीत सिंह मान पर कुदरत के कई बार ऐसे प्रोग्राम बन जाते हैं कि जिथे तुम ज्यादा चाहते हो उत्थे नहीं पहुंच सकते। उही गल अज मान साहब नाल हुई है। असी पार्टी वालों तो आए हाँ पर साडा तां कुलदीप जिन्ने भी असीं बैठे हैं परिवार वाला मैंबर सी। मैं सरदार कुलदीप सिंह जी के इस अरदास समागम के विच गल बेनती करना चाहूँगा कि जो असी 78 तो चले हैं कुलदीप सिंह जी 82 तो चले ने संत जरनैल सिंह जी की अगवाई कबूल के कुलदीप सिंह उन्होंने महान सिखा चो एक है जिहड़े 1984 तो भी पहला हुकूमत वालों जेल च रख दिते गए सी। अप्रैल के महीने जबकि हमला जोड़ा वो जून च होया। सो उस सोच का वास्ता पा के मैं कहना कि एक लाइन बाबा दीप सिंह जी तो बाद संत जरनैल सिंह ने खिंची है और दरबार साहब खड़ के खिंची है कि जेकर दरबार साहब ते दिल्ली का हमला होगा तो खालिस्तान की नींह रखी जाऊगी। उस नींह रखा जाना संत जरनैल सिंह जी का हुक्म है। सिखा की सोच है उसनों उसारी करना कौन का फर्ज है जिन्हें सरदार कुलदीप सिंह अपनी ता जिंदगी
हिस्सा पाते रहे ने। बहुत सज्जन इत्थे बैठे ने जिन्होंने नाम जैल साहब ने मनजीत सिंह जी ने ले लिया, कुछ ले लेंगे। मैं सिर्फ ये बेनती करना चाहूँगा कि कुलदीप सिंह को प्यार करने वाले, सिक्खी को प्यार करने वाले, जे किसी ने सिख सिद्धांत की व्याख्या एक लाइन च करनी है तो वह है मेरी पीढ़ी का संकल्प, मेरी तो पीढ़ी का इकट्ठे हो जाना। संतगिरी ते सिपाही का इकट्ठे होना वो सिक्खी है, तो वो सिक्खी मेरे भरा ने जीवी है। मेरे तो 3 साल 3.5 साल छोटा सी, जरा असी भी जाना है, भोग साडा भी पैना। ये नहीं पता कि गुरु गोबिंद सिंह सच्चे पातशाह के पुत्रा वांग साडा संस्कार भी हो सकेगा कि नहीं हो सकेगा, क्योंकि वो भी इतिहास का एक पन्ना है। ये वही दिन चल रहे ने। चमकौर साहब की जंग आ परसों 21 तरीक को चमकौर साहब का दिन आ रहा है। वो भी दिन सी कि प्यो जा रहा है, पुत्रा के शरीर पाए ने लाशा के रूप में, वो कपड़ा भी नहीं पा सकिया। इसलिए असी नहीं कह सकते कि साडा कोई संस्कार भी कर सकेगा, भोग भी पा सकेगा कि नहीं। पर यह अरदास करते हैं कि कुलदीप सिंह जी वांग असी भी उस सोच नाल जिहड़ी मेरी पीढ़ी दी है, जिहड़ी साडे समय साडी जिंदगी सानू संत जरनैल सिंह जी समझा के गए ने भिंडरा वाले, उहदे ते जीवन का जिन्ने बाकी 100 बच्चे 100 बच्चे ने, चाहे 1 मिनट है, चाहे अद्धा मिनट है, चाहे जिन्ना महाराज ने है, वो इसे सोच ला जो वो बाकी जिहड़ा आउणा ते जाना है। इहदे बारे गुरु ग्रंथ साहब जी का स्पष्ट रूप विच हुक्म है, गण घाले सब दिवस सास, नह बदन घटन तिल सा। तिल बहुत छोटी चीज अपने घर च होती है। गुरु साहब कहते हैं, हुक्म करते हैं गुरु ग्रंथ साहब के विच, असी एक तिल जिन्ना भी ज्यादा नहीं जी सकते, घट भी नहीं जी सकते, उन्ना ही जीवांगे जिन्ना गिन के भेज दिता गया। गण घाले सब दिवस सास, साह भी ते दिन भी वो अपने लैके जी के जावांगे। कुलदीप सिंह चला गया, पर मैं कहना कि जे मैं कुलदीप सिंह वांग अपने अखीरले श्वासां तक इस सोच नाल जुड़ के मर सकिया, जा सकिया, मैं भागा वाला होवांगा। क्योंकि जिहड़ा गण घाले की गल है वो अकाल पुरख का हुक्म है। क्योंकि धुरकी बाणी आई, ये बाणी जिहड़ी है वो अकाल पुरख ने भेजी है। छोटे साहिबजादे की असीं गल करते हैं 7 साल ते 9 साल, उन्होंने 7 साल ते 9 साल विच ही जाना सी, पर 7 साल ते 9 साल विच वो की करके गए, ये गुरबाणी सिखाउंदी है। सो सानू साडा भरा सिखा गया। वाहिगुरू सानू भी उन्होंने चलन की परिवार को मैं बेनती करदा, जदों भी कदे भी परिवारक तौर पर महसूस होवे कि कुलदीप सिंह जी के भरा दोस्त आउण, कदे भी नचक किसी भी समय वो सुनेहा कटणगे, मैं तो मेरे समेत इत्थे सारे बैठे वो हाजिर होवांगे। वाहिगुरू जी का खालसा, वाहिगुरू जी की फतेह। बोले सो निहाल। आमदे बोले सो निहाल। दमदम साहब सुने बोले सो निहाल। बहुत सारे आगू साहबाना का लीडर साहबाना का नाम है तो रह गया होगा। माता जी को भी बेनती आ भी मन से लग गया बाबा जी, माता जी, माता जसवीर कौर जी बोले